ਗੁਰਬਾਣੀ ਜਿਹੜੀ ਹੈ ਇਹ 'ਚ ਕਿੰਨੀ ਸ਼ਕਤੀ ਹੈ। ਗੁਰਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ। ਇਹ ਜਿਹੜੇ ਸਿੱਖਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗਾ। ਔਰ 300 ਸਾਲ ਹੋ ਗਏ 300 ਸਾਲ ਹੋ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸਾਨੂੰ ਗੁਰਬਾਣੀ ਦੀ ਸ਼ਕਤੀ ਦਾ ਨਹੀਂ ਪਤਾ ਲੱਗਾ ਅੱਜ ਤੱਕ। ਜਿਹੜੇ ਕ੍ਰਿਸਚਨ ਹੈ ਇਹਨਾਂ ਕੋਲ ਜੈਸਸ ਕ੍ਰਾਈਸਟ ਇੱਕੋ ਹੀ ਹੈ ਔਰ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਆਪਣੀ ਚੜ੍ਹਤ ਕਰ ਲਈ। ਸਾਡੇ ਕੋਲ 10 ਗੁਰੂ ਸਾਹਿਬਾਨ ਆਏ, ਚੌਥੇ 11ਵੇਂ ਜਿਹੜੇ ਸਾਡੇ ਕੋਲ ਹੈ ਲਿਵਿੰਗ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। 11 ਮਾਸਟਰ ਹੁੰਦਿਆਂ ਹੋਇਆਂ ਵੀ, ਇੰਗਲਿਸ਼ ਟਰਮ ਦੇ ਵਿੱਚ ਇਹਨੂੰ ਮਾਸਟਰ ਕਹਿੰਦੇ ਆ, 11 ਮਾਸਟਰ ਹੁੰਦੇ ਹੋਏ ਵੀ ਸਾਡਾ ਐਡਾ ਮਾੜਾ ਹਾਲ ਆ, ਸਿੱਖੀ ਦਾ ਐਡਾ ਮਾੜਾ ਹਾਲ ਆ ਕਿ ਸਾਡੇ 'ਤੇ ਕੋਈ ਵਿਸ਼ਵਾਸ ਹੀ ਨਹੀਂ ਕਰਦਾ। ਪੰਡਿਤ ਜੀ ਪੰਥ ਦੇ ਵਿੱਚ ਅੰਮ੍ਰਿਤ ਛਕ ਕੇ ਆਏ ਆ। ਜਿੱਦਾਂ ਪੰਡਿਤ ਕਿਰਪਾ ਰਾਮ 9ਵੇਂ ਪਾਤਸ਼ਾਹ ਜੀ ਕੋਲ ਗਿਆ ਸੀ ਅਤੇ ਮਦਦ ਦੀ ਗੁਹਾਰ ਕੀਤੀ ਸੀ, ਉੱਦਾਂ ਹੀ ਅਤੇ ਗੁਰੂ ਸਾਹਿਬਾਨ ਜੀ ਨੇ ਮਦਦ ਪੂਰੀ ਕੀਤੀ ਸੀ। ਉੱਦਾਂ ਹੀ ਪੰਡਿਤ ਜੀ ਸਿੱਖਾਂ ਨੂੰ ਕਹਿ ਰਹੇ ਆ ਕਿ ਗੁਰਬਾਣੀ ਦਾ ਜਿਹੜਾ ਆ ਇਹਦਾ ਪ੍ਰਚਾਰ ਕਰੋ, ਇਹਦਾ ਪ੍ਰਸਾਰ ਕਰੋ। ਗੁਰੂ ਸਾਹਿਬਾਨ ਜੀ ਨੇ ਸਾਨੂੰ ਐਡਾ ਅਮੁੱਲ ਖਜ਼ਾਨਾ ਦਿੱਤਾ, ਸਾਨੂੰ ਪ੍ਰਚਾਰ ਕਰਨਾ ਹੀ ਨਹੀਂ ਆਇਆ। ਹੁਣ ਤੁਸੀਂ ਕਹਿਣਾ ਪੰਡਿਤ ਜੀ ਪ੍ਰਚਾਰ ਅਸੀਂ ਕਰਨ ਤਾਂ ਡੇ ਹਾਂ। ਤੁਸੀਂ ਪ੍ਰਚਾਰ ਜਿਹੜਾ ਕਰਦੇ ਹੋ, ਜਦੋਂ ਆਪਣੀ ਟੈਕਨੀਕ ਫੇਲ ਹੋ ਜੇ ਉਦੋਂ ਉਹ ਤਰੀਕਾ ਬਦਲ ਲਈਦਾ। ਹੁਣ ਬਾਕੀ ਪ੍ਰਚਾਰ ਕਿੱਦਾਂ ਕਰਦੇ ਆ? ਤੁਸੀਂ ਆਪਣੀ ਤਰੀਕਾ ਬਦਲ ਲਓ, ਨਹੀਂ ਤਾਂ ਫਿਰ ਤੁਸੀਂ ਆਪਣਾ ਦੱਸੋ ਸੱਪ ਕੱਢ ਗਏ ਅਤੇ ਪੰਡਿਤ ਜੀ ਕੱਢਣਗੇ ਫਿਰ ਗੰਡੋਇਆ ਹੀ। ਆ ਦੇਖੋ ਕਿਹਦਾ ਭਾਰੀ ਰਹਿੰਦਾ ਆ, ਭਾਈ ਦਾ ਕਿਹੜਾ ਗੰਡੋਇਆ ਭਾਈ ਦਾ ਕਿ ਸੱਪ ਭਾਈ ਦਾ ਤੁਹਾਡਾ? ਆਪਾਂ ਗੱਲ ਨਹੀਂ ਸਮਝਣੀ। ਅਸੀਂ ਜਿਹੜਾ ਆ ਇਹ ਗੁਰਬਾਣੀ ਜਿਹੜੀ ਆ ਪਹਿਲਾਂ ਸਾਰੇ ਕੰਨ ਖੋਲ੍ਹ ਕੇ ਸੁਣ ਲਓ। ਗੁਰਬਾਣੀ ਦਾ ਮਤਲਬ ਕੀ ਆ? ਗੁਰਬਾਣੀ ਦਾ ਮਤਲਬ ਹੈ ਗਿਆਨ। ਗੁਰੂ ਦੇ ਮੁਖ 'ਚੋਂ ਨਿਕਲੀ ਵਾਈਬ੍ਰੇਸ਼ਨ ਜੋ ਸਾਨੂੰ ਗਿਆਨ ਦਿੰਦੀ ਆ, ਗਿਆਨ ਦੀ ਚਿੰਗਾਰੀ ਦਿੰਦੀ ਆ, ਜਿਹਦੇ ਨਾਲ ਸਾਡੀ ਕਾਇਆ ਪਲਟਦੀ ਆ। ਆਪਾਂ ਬੋਲਦੇ ਸਾਰੇ ਹੀ ਹਾਂ ਏਕ ਪਿਤਾ ਏਕਸ ਕੇ ਹਮ ਬਾਰਿਕ, ਪਰ ਸਮਝਦਾ ਕੋਈ ਨਹੀਂ ਹੈਗਾ ਕਿ ਅਸੀਂ ਇੱਕ ਅਕਾਲ ਪੁਰਖ ਦੇ ਬੱਚੇ ਹਾਂ। ਅਸੀਂ ਆਪਣੀ ਚੜ੍ਹਤ 'ਚ ਫਿਰਦੇ ਹਾਂ ਕਿ ਸਾਡੀ ਚੜ੍ਹਤ ਹੋ ਜੇ, ਉਹ ਕਹਿੰਦੇ ਸਾਡੀ ਹੋ ਜੇ। ਉਹ ਪੰਡਿਤ ਜੀ ਕਹਿੰਦੇ ਆ ਕਿ ਚੜ੍ਹਤਾਂ ਨੂੰ ਛੱਡੋ, ਗੁਰਬਾਣੀ ਦੀ ਚੜ੍ਹਤ ਕਰੋ, ਗੁਰੂ ਵਾਕ ਦੀ ਚੜ੍ਹਤ ਕਰੋ। ਔਰ ਇਹਦੇ ਨਾਲ ਹੀ ਜਦੋਂ ਗੁਰੂ ਵਾਕ ਦੀ ਚੜ੍ਹਤ ਆ, ਇਹਦੇ ਨਾਲ ਹੀ ਸਮੁੱਚੀ ਕੌਮ ਦੀ ਚੜ੍ਹਤ ਹੈਗੀ ਆ। ਇਸ ਕਰਕੇ ਗੱਲ ਨੂੰ ਗੁਰਬਾਣੀ ਦਾ ਸ਼ਬਦ ਭੇਦ ਫੜੋ। ਪਹਿਲਾਂ ਗੁਰੂ ਸਾਹਿਬਾਨ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਦਿੱਤੇ ਆ, ਦੱਸੇ ਆ, ਉਚਾਰੇ ਆ, ਉਹਨਾਂ ਦੇ ਭੇਦ ਗੁੱਝੇ ਭੇਦ ਨੂੰ ਸਮਝੋ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਕੀ ਮਤਲਬ ਇਹਦਾ? ਪ੍ਰਭੂ ਦਾ ਸਿਮਰਨ ਕਰਨ ਨਾਲ ਤੂੰ ਗਰਭ 'ਚ ਨਹੀਂ ਆਏਗਾ। ਜੀ ਹੈ ਜੀਵ, ਪ੍ਰਭੂ ਦਾ ਸਿਮਰਨ ਕਰਨ ਨਾਲ ਤੂੰ ਗਰਭ 'ਚ ਨਹੀਂ ਆਏਗਾ। ਧਰਮ ਰਾਜ ਦੀ ਹਿੰਮਤ ਨਹੀਂ, ਕੋਈ ਮਜਾਲ ਨਹੀਂ ਤੈਨੂੰ ਜਿਹੜਾ ਆ ਦੁਬਾਰਾ ਗਰਭ ਦੇ ਵਿੱਚ ਸੁੱਟੇ, ਮਾਂ ਦੇ ਗਰਭ 'ਚ ਫੇਰ ਸੁੱਟੇ ਤੈਨੂੰ, ਫੇਰ ਤੂੰ ਤਪੇ। ਇਹ ਧਰਮ ਰਾਜ ਦੇ ਵਿੱਚ ਦੀ ਔਕਾਤ ਨਹੀਂ ਹੈਗੀ, ਕਿਉਂਕਿ ਇਹ ਗੁਰੂ ਸਾਹਿਬਾਨ ਜੀ ਦਾ ਵਾਕ ਹੈ ਔਰ ਇਹ ਧੁਰ ਕੀ ਬਾਣੀ ਆ ਔਰ ਇਹਨੂੰ ਅਕਾਲ ਪੁਰਖ ਵੀ ਨਹੀਂ ਕੱਟ ਸਕਦਾ। ਇਹ ਵਾਕ ਨੂੰ ਅਕਾਲ ਪੁਰਖ ਵੀ, ਬਚਨ ਨੂੰ ਨਹੀਂ, ਅਕਾਲ ਪੁਰਖ ਵੀ ਨਹੀਂ ਕੱਟ ਸਕਦਾ। ਕਿਉਂ?
ਕਿਉਂਕਿ ਇਹ ਅਕਾਲ ਪੁਰਖ ਦੇ ਵਚਨ ਹੈ, ਪ੍ਰਭ ਕੇ ਸਿਮਰਨ ਗਰਭ ਨਾ ਬਸੈ। ਹੁਣ ਜਾਂ ਗੁਰੂ ਸਾਹਿਬਾਨ ਜੀ ਨੇ ਤੁਹਾਡੀ ਗਰੰਟੀ ਦਰਗਾਹ ਤੱਕ ਵੀ ਲੈ ਲਈ ਕਿ ਦਰਗਾਹ ਦੇ ਵਿੱਚ ਵੀ ਮੈਂ ਤੇਰੇ ਨਾਲ ਰਹਾਂਗਾ, ਜੇ ਤੂੰ ਸਿਮਰਨ ਕਰੇਗਾ ਮਨ ਨਾਲ। ਮਨ 'ਚ ਸਿਮਰਨ ਕਰਨਾ ਆ, ਮੂੰਹ ਦਾ ਸਿਮਰਨ ਜਿਹੜਾ ਆ ਫੋਕਾ ਪਟਾਕਾ ਆ, ਮੂੰਹ ਦੇ ਪਟਾਕੇ ਮਾਰਨ ਨਾਲ ਸ਼ੇਰ ਨਹੀਂ ਮਰਦੇ। ਜਿਹੜਾ ਮਨ ਰੂਪੀ ਸ਼ੇਰ ਆ, ਕਦੇ ਇੱਧਰ ਭੱਜਦਾ ਕਦੇ ਉੱਧਰ ਭੱਜਦਾ, ਇਹ ਮੂੰਹ ਦੇ ਪਟਾਕੇ ਨਾਲ ਨਹੀਂ ਮਰਦਾ। ਇਹ ਅੰਤਰਗਤ, ਇਹ ਅੰਦਰੋਂ ਖੁੱਲ੍ਹੇਗਾ, ਇਹ ਮਨ ਦੇ ਵਿੱਚ ਇਹਦਾ ਸਿਮਰਨ ਕਰੇਗਾ। ਤਾਂ ਕਰਕੇ ਗੁਰੂ ਸਾਹਿਬਾਨ ਜੀ ਨੇ ਕਿਹਾ ਸੀ, ਭਗਤ ਜਨਾਂ ਕੇ ਮਨ ਵਿਸਰਾਮ, ਕਿ ਭਗਤ ਜਨਾਂ ਦੇ ਮਨ 'ਚ ਵਿਸਰਾਮ, ਰੈਸਟ ਮੋਡ, ਵਿਸ਼ਰਾਮ, ਸਾਵਧਾਨ ਵਿਸ਼ਰਾਮ ਜਿਹੜਾ ਆਪਾਂ ਪਰੇਡ 'ਚ ਕਹਿੰਦੇ ਹਾਂ, ਉਹ ਵਿਸ਼ਰਾਮ ਪੋਜੀਸ਼ਨ 'ਚ ਆ ਜਾਂਦਾ। ਮਨ ਦੀ ਭਟਕਣ ਖਤਮ ਹੋ ਜਾਂਦੀ। ਮਨ ਦੀ ਭਟਕਣ ਖਤਮ ਹੋ ਗਈ, ਸਮਝ ਲਓ ਕੰਮ ਬਣ ਗਿਆ। ਤੁਸੀਂ ਅਕਾਲ ਪੁਰਖ ਨਾਲ ਇੱਕਮਿਕ ਹੋ ਗਏ। ਇਹ ਗੁਰੂ ਸਾਹਿਬਾਨ ਜੀ ਦੀ ਸਿੱਖ ਫਿਲੋਸਫੀ ਹੈ, ਗੁਰੂ ਸਾਹਿਬਾਨ ਜੀ ਦੀ ਮੈਟਾਫਿਜ਼ਿਕਸ ਫਿਲੋਸਫੀ ਹੈ। ਮੈਟਾਫਿਜ਼ਿਕਸ ਮਤਲਬ ਜਿਹੜੀ ਗਿਆਨ ਤੱਤ, ਜਿਹੜੀ ਤੱਤਵ ਗਿਆਨ ਦਾ ਅਹਿਸਾਸ ਕਰਾਉਂਦੀ ਹੈ, ਰਿਐਲਿਟੀ ਦੱਸਦੀ ਹੈ ਤੁਹਾਨੂੰ। ਗੁਰਬਾਣੀ ਇਜ਼ ਏ ਫੈਕਟ, ਨਾਟ ਏ ਫੇਥ, ਨਾਟ ਏ ਕਨਸੈਪਟ। ਇਹ ਜਿਹੜੀ ਗੁਰਬਾਣੀ ਜਿਹੜੀ ਹੈ ਸੱਚਾਈ ਹੈ, ਇਹ ਕੋਈ ਵਿਚਾਰ ਨਹੀਂ ਹੈ, ਨਾ ਇਹ 'ਤੇ ਕੋਈ ਵਿਸ਼ਵਾਸ ਦੀ ਕਰਨ ਦੀ ਲੋੜ ਹੈ। ਪੈਰਾਸੀਟਾਮੋਲ ਖਾਓਗੇ ਤੇ ਬੁਖਾਰ ਉਤਰ ਜਾਏਗਾ। ਸ਼ਕਤੀ ਡਾਕਟਰ 'ਚ ਨਹੀਂ ਹੈਗੀ, ਸ਼ਕਤੀ ਪੈਰਾਸੀਟਾਮੋਲ 'ਚ ਹੈ। ਇਸ ਕਰਕੇ ਗੁਰਬਾਣੀ ਜਿਹੜੀ ਆ, ਇਹਦਾ ਤੁਹਾਨੂੰ ਸਿਮਰਨ ਕਰਨਾ ਹੀ ਪਏਗਾ, ਕਰਨਾ ਹੀ ਪਏਗਾ, ਕਰਨਾ ਹੀ ਪਏਗਾ। ਜੇ ਨਹੀਂ ਕਰਨਾ ਤਾਂ ਤੁਹਾਨੂੰ ਰੁੜਨਾ ਹੀ ਪਏਗਾ, ਰੁੜਨਾ ਹੀ ਪਏਗਾ, ਰੁੜਨਾ ਹੀ ਪਏਗਾ। ਜਿੱਦਾਂ ਅਨਾਦਿ ਕਾਲ ਤੋਂ ਅਸੀਂ ਬਾਰ-ਬਾਰ ਰੁੜ ਰਹੇ ਹਾਂ, ਇੱਦਾਂ ਤੁਹਾਨੂੰ ਪੰਡਤ ਜੀ ਕਹਿ ਰਹੇ ਸੀ ਕਿ ਅਕਲ 'ਤੇ ਹੱਥ ਮਾਰੋ, ਗੁਰਬਾਣੀ ਦਾ ਸਿਮਰਨ ਮਨ 'ਚ ਕਰੋ, ਔਰ ਮਨ ਜਿੱਤੈ ਜਗ ਜੀਤ। ਮਨ ਜਿੱਤਿਆ ਗਿਆ, ਤੁਸੀਂ ਸਾਰਾ ਜੱਗ ਹੀ ਜਿੱਤ ਲਿਆ। ਗੁਰੂ ਸਾਹਿਬਾਨ ਇੰਨਾ ਕਹਿ ਕੇ ਵੀ ਆਪਾਂ ਸਮਝ ਅਜੇ ਤੱਕ ਨਹੀਂ ਲੱਗੀ। ਧਿਆਨ ਨਾਲ ਸੁਣੋ ਗੱਲ ਕੀ ਕਹਿਣ ਡੇ ਗੁਰੂ ਸਾਹਿਬਾਨ ਜੀ ਦੀ ਕਿਰਪਾ ਨਾਲ।